ਜਿਹੜੀ ਸਰਕਾਰ ਹੈ ਇਹ ਬਿਲਡਰਾਂ ਵਾਸਤੇ ਇੰਨਾ ਇਹ ਬਿਜ਼ਨਸ ਔਖਾ ਕਰਤਾ। NOC ਦੀ ਗੱਲ ਹੋਵੇ ਤੇ ਜਿਹੜੀ ਪਹਿਲਾਂ ਅਪਾਇੰਟਮੈਂਟ ਲੈਂਦੇ ਸੀਗੇ ਕੋਈ ਪੈਸਾ ਨਹੀਂ ਸੀਗਾ ਲੱਗਦਾ, ਹੁਣ 500 ਰੁਪਏ ਲੱਗਦਾ ਤੇ ਪਹਿਲਾਂ 500 ਲੈਂਦਾ ਤਾਂ ਅਪਾਇੰਟਮੈਂਟ ਕਰਨੇ ਵਾਲਾ, ਹੁਣ ਸਰਕਾਰ ਨੂੰ ਜਾਂਦਾ 500। ਦੂਸਰੀ ਗੱਲ ਜਿਹੜੀ ਹੁਣ ਕਲੈਕਟਰੇਟਾਂ ਦੀ ਗੱਲ ਹੈ, ਜਿੱਥੇ ਬਾਈ ਜੀ 6000 ਰੇਟ ਤਾਂ ਉੱਥੇ 12000 ਹੋ ਗਿਆ, 14000 ਹੋ ਗਿਆ, ਜਿੱਥੇ 12000 ਤਾਂ ਉੱਥੇ 30000 ਹੋ ਗਿਆ। ਜਿਸ ਦਿਨ ਦੀ ਸਰਕਾਰ ਇਹ ਸਾਡੀ ਜੋ ਪੰਜਾਬ ਸਰਕਾਰ ਆਈ ਹੈ, ਇਹਨੇ ਇੱਕ ਵੀ ਫੈਸਲਾ ਇਹੋ ਜਿਹਾ ਨਹੀਂ ਕੀਤਾ ਵੀ ਸਾਡਾ ਕਾਰੋਬਾਰ ਦੇ ਹੱਕ 'ਚ ਕੀਤਾ ਹੋਵੇ। ਜਿਸ ਦਿਨ ਦੀ ਸਰਕਾਰ ਆਈ ਹੈ ਇਹ ਪ੍ਰਾਪਰਟੀ ਦੇ ਕਾਰੋਬਾਰ ਨੂੰ ਮਾਰਨ ਤੇ ਤੁਲੀ ਹੋਈ ਹੈ। ਇੱਕ ਪਿੰਡਾਂ ਦੀਆਂ ਜਿਹੜੀਆਂ ਰਜਿਸਟਰੀਆਂ ਉਹ 20 ਮਰਲੇ ਤੋਂ ਉੱਤੇ ਜਾਣੀ 21 ਮਰਲੇ ਕਰ ਲਓ, 20 ਪੁਆਇੰਟ ਕੁਛ ਕਰ ਲਓ, ਉਹ ਕਰਦੇ ਆ। ਜਿਸ ਬੰਦੇ ਕੋਲ ਹੋਵੇ 14 ਮਰਲੇ ਉਹ ਕੀ ਕਰੇਗਾ? NOC ਦੀ ਗੱਲ ਕਰ ਲਓ, ਜਿਹੜੇ ਕਮੇਟੀਆਂ ਦੇ ਵਿੱਚ ਨਕਸ਼ੇ ਪਾਸ ਹੋਏ ਹੈ ਉੱਥੇ NOC ਦੀ ਕੀ ਲੋੜ ਹੈ? ਉੱਥੇ ਵੀ ਤੁਸੀਂ NOC ਲਓ। ਮੈਂ ਖੁਦ ਕੌਂਸਲ ਦਾ ਪ੍ਰਧਾਨ ਹੈ, ਸਾਡੇ ਕੋਲ ਸੈਂਕੜੇ ਲੋਕ ਧੱਕੇ ਖਾਨੇ ਆ ਕੇ NOC ਲਈ। ਸਾਡਾ ਜੋ ਟਰਾਈ ਸਿਟੀ ਹੈ ਇਹਦੇ ਆਲੇ ਦੁਆਲੇ ਜੇ ਜ਼ਿਆਦਾ ਨਹੀਂ ਤਾਂ 30% ਲੋਕ ਇਸ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਹੋਏ ਹੈ, ਚਾਹੇ ਉਹ ਕਿਸੇ ਵੀ ਰੂਪ 'ਚ ਹੋਣ, ਕਲੋਨਾਈਜ਼ਰ ਹੋਣ, ਬਿਲਡਰ ਹੋਣ, ਕੰਟਰੈਕਟਰ ਹੋਣ, ਲੱਕੜ ਦਾ ਕੰਮ ਕਰਨ ਵਾਲੇ ਹੋਣ, ਸਿਵਲ ਦਾ ਮਿਸਤਰੀ ਹੋਣ, ਪਲੰਬਰ ਹੋਣ। ਇੰਨੇ ਜ਼ਿਆਦਾ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ ਕੀ ਰੁਜ਼ਗਾਰ ਦੇ ਸਕੀ ਨੌਜਵਾਨਾਂ ਨੂੰ, ਪੰਜਾਬ ਦਿਆਂ ਨੂੰ। ਇਹ ਉੱਦਮੀ ਨੌਜਵਾਨ ਸਾਡੇ ਇਲਾਕੇ ਦੇ ਜਿਹੜੇ ਨੇ ਕਿ ਇਹ ਕੰਮ ਸ਼ੁਰੂ ਕੀਤਾ ਪ੍ਰਾਪਰਟੀ ਦਾ, ਕੋਈ 2 ਫਲੈਟ ਬਣਾਉਂਦਾ, ਕੋਈ 4 ਕੋਠੀਆਂ ਬਣਾਉਂਦਾ, ਕੋਈ ਪਲੋਟਿੰਗ ਕਰਕੇ ਕੱਟ ਕੇ ਵੇਚਦਾ। ਪਰ ਜਿਸ ਦਿਨ ਦੀ ਸਰਕਾਰ ਇਹ ਸਾਡੀ ਜੋ ਪੰਜਾਬ ਸਰਕਾਰ ਆਈ ਹੈ, ਇਹਨੇ ਇੱਕ ਵੀ ਫੈਸਲਾ ਇਹੋ ਜਿਹਾ ਨਹੀਂ ਕੀਤਾ ਵੀ ਸਾਡਾ ਕਾਰੋਬਾਰ ਦੇ ਹੱਕ 'ਚ ਕੀਤਾ ਹੋਵੇ। ਜਿਸ ਦਿਨ ਦੀ ਸਰਕਾਰ ਆਈ ਹੈ ਇਹ ਪ੍ਰਾਪਰਟੀ ਦੇ ਕਾਰੋਬਾਰ ਨੂੰ ਮਾਰਨ ਤੇ ਤੁਲੀ ਹੋਈ ਹੈ। ਚਾਹੇ NOC ਦੀ ਗੱਲ ਕਰ ਲਓ, ਜਿਹੜੇ ਕਮੇਟੀਆਂ ਦੇ ਵਿੱਚ ਨਕਸ਼ੇ ਪਾਸ ਹੋਏ ਹੈ ਉੱਥੇ NOC ਦੀ ਕੀ ਲੋੜ ਹੈ? ਉੱਥੇ ਵੀ ਤੁਸੀਂ NOC ਲਓ। ਮੈਂ ਖੁਦ ਕੌਂਸਲ ਦਾ ਪ੍ਰਧਾਨ ਹੈ, ਸਾਡੇ ਕੋਲ ਸੈਂਕੜੇ ਲੋਕ ਧੱਕੇ ਖਾਨੇ ਆ ਕੇ NOC ਲਈ। ਹਰ ਰੋਜ਼ ਹਿਮਾਚਲ ਤੋਂ ਲੋਕ ਰਜਿਸਟਰੀ ਕਰਾਉਣ ਆਉਂਦੇ ਇੱਥੇ, ਅੱਗੇ ਤਹਿਸੀਲਦਾਰ ਕਹਿ ਦਿੰਦਾ ਯਾਰ NOC ਤੁਹਾਡੀ ਪੁਰਾਣੀ ਹੋ ਗਈ, ਇੰਨੇ ਦਿਨ ਪੁਰਾਣੀ ਹੈ, ਨਹੀਂ ਚੱਲਣੀ। ਫਿਰ ਪਿੰਡਾਂ ਦੇ ਵਿੱਚ ਕੋਈ ਸਾਡੇ ਜ਼ਿਮੀਂਦਾਰ ਭਰਾ ਕੋਈ 5-4 ਵਿਸਵੇ ਵੇਚ ਕੇ 10 ਵਿਸਵੇ ਵੇਚ ਕੇ ਜਵਾਕ ਨੂੰ ਬਾਹਰ ਭੇਜ ਦਿੰਦਾ ਸੀ, ਜਾਂ ਕੋਈ 4 ਵਿਸਵੇ ਵੇਚ ਕੇ ਆਪਣੀ ਧੀ ਨੂੰ ਘਰੋਂ ਵਿਆਹ ਦਿੰਦਾ ਸੀ, ਉਹ ਬੰਦ ਕਰਤਾ। 2 ਕਨਾਲ ਤੇ ਘੱਟ ਰਜਿਸਟਰੀ ਨਹੀਂ ਹੋਣੀ। ਸਰਕਾਰਾਂ ਨੇ ਇਹ ਤੋਂ ਪਹਿਲਾਂ ਵੀ ਇਹੋ ਜਿਹੇ ਫੈਸਲੇ ਕੀਤੇ ਹੈ, ਪਰ ਇਹ ਫੈਸਲੇ ਉਹਨੂੰ ਸਦਾ ਹੀ ਵਾਪਸ ਲੈਣੇ ਪਏ ਹੈ, ਕਿਉਂਕਿ ਜੋ ਵੀ ਲੋਕ ਵਿਰੋਧੀ ਫੈਸਲੇ ਹੋਣਗੇ ਉਹਨੂੰ ਲੋਕ ਕਦੇ ਵੀ ਮਨਜ਼ੂਰ ਨਹੀਂ ਕਰਨਗੇ। ਤੁਸੀਂ ਦੇਖਿਆ ਹੋਊਗਾ ਪਹਿਲਾਂ ਵੀ ਇਹੀ ਤਹਿਸੀਲਾਂ 'ਚ ਰਹਿੰਦੇ ਤੁਸੀਂ, ਅਮਰਦੀਪ ਜੀ, ਤੁਸੀਂ ਮੇਰੇ ਖਿਆਲ ਆਪਣਾ ਵੀ 20 ਸਾਲ ਦਾ ਵਾਹ ਹੈ, ਦੇਖਿਆ ਕਦੇ ਵੀ 20% 25% ਵਾਧਾ ਹੋਇਆ ਹੋਵੇ? ਇਹ ਪਹਿਲੀ ਵਾਰ ਹੈ 100% ਵਾਧਾ, 150% ਵਾਧਾ। ਉਹ ਇੰਨਾ ਥੋੜ੍ਹੀ ਧੱਕਾ ਹੁੰਦਾ, ਜਿੰਨਾ ਕੁ ਧੱਕਾ ਕਰੋ ਜਿੰਨਾ ਕੁ ਅਸੀਂ ਚੱਲ ਲਈਏ। ਮਾਰੋ ਤਾਂ ਨਾ ਸਾਨੂੰ, ਇਹ ਸਾਨੂੰ ਮਾਰਨ 'ਤੇ ਰਾਹ ਪੈਗੀ ਸਰਕਾਰ। ਸਾਡਾ ਕਾਰੋਬਾਰ ਖਤਮ ਕਰਕੇ ਸਾਨੂੰ ਮਾਰਨ ਦਾ ਹੀ ਰਾਹ ਹੈ। ਉਨਾ ਕੁ ਸਾਡੇ ਨਾਲ ਧੱਕਾ ਕਰੋ ਜਿੰਨਾ ਕੁ ਅਸੀਂ ਚੱਲ ਲਈਏ। ਪ੍ਰਾਪਰਟੀ 'ਚ ਕਲੈਕਟਰੇਟ 'ਚ ਵਾਧਾ ਕਰੋ, ਸਰਕਾਰ ਦਾ ਹੱਕ ਹੈ, ਪਰ ਇੰਨਾ ਨਾ ਕਰੋ ਵੀ ਅਸੀਂ ਮਰੇ ਜਾਈਏ। ਅਸੀਂ ਆਪਣੇ ਇਸ ਮੈਟਰ 'ਤੇ ਇਕੱਠੇ ਹੋ ਕੇ ਆਪਣੇ MLA ਨੂੰ, ਆਪਣੇ ਕੈਬਨਿਟ ਮੰਤਰੀ ਬੀਬੀ ਮਾਨ ਸਾਹਿਬ ਨੂੰ ਮਿਲਾਂਗੇ ਉਹਨਾਂ ਦੇ ਰਾਹੀਂ, ਕਿਉਂਕਿ ਉਹ ਸਾਡੇ ਸਾਰੇ ਇਹਨਾਂ ਰੂਹਾਂ ਦੇ ਵਾਕਫ ਹੈ। ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਲੈਕਟਰੇਟ 'ਚ ਵਾਧਾ ਕਰੋ, ਸਰਕਾਰ ਦਾ ਹੱਕ ਹੈ, ਪਰ ਇੰਨਾ ਨਾ ਕਰੋ ਵੀ ਅਸੀਂ ਮਰੇ ਜਾਈਏ। ਅਸੀਂ ਆਪਣੇ ਇਸ ਮੈਟਰ 'ਤੇ ਇਕੱਠੇ ਹੋ ਕੇ ਆਪਣੇ MLA ਨੂੰ, ਆਪਣੇ ਕੈਬਨਿਟ ਮੰਤਰੀ ਬੀਬੀ ਮਾਨ ਸਾਹਿਬ ਨੂੰ ਮਿਲਾਂਗੇ ਉਹਨਾਂ ਦੇ ਰਾਹੀਂ, ਕਿਉਂਕਿ ਉਹ ਸਾਡੇ ਸਾਰੇ ਇਹਨਾਂ ਰੂਹਾਂ ਦੇ ਵਾਕਫ ਹੈ। ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਤਾਂ ਸਾਡੀ ਬੇਨਤੀ ਉਹ ਅੱਗੇ ਸਰਕਾਰ ਕੋਲ ਪਹੁੰਚਾਉਣਗੇ, ਤੇ ਅਸੀਂ ਬਹੁਤ ਛੇਤੀ ਟਾਈਮ ਲੈ ਕੇ ਆਪਣੇ ਕੈਬਨਿਟ ਮੰਤਰੀ ਕੋਲੋਂ ਉਹਨੂੰ ਮਿਲਣ ਜਾ ਰਹੇ ਹਾਂ। ਤੇ ਅਗਲਾ ਐਕਸ਼ਨ ਵੀ ਅਸੀਂ ਕਾਫੀ ਵੱਡਾ ਕਰਾਂਗੇ, ਚਾਹੇ ਪੂਰੇ ਦਿਨ ਲਈ ਸਬ ਡਿਵੀਜ਼ਨ ਦਾ ਕੰਮ ਬੰਦ ਕਰਨ ਦਾ ਹੋਵੇ, ਜਾਂ ਕੋਈ ਸੜਕ ਬੰਦ ਕਰਨ ਦਾ ਹੋਵੇ, ਕੋਈ ਵੀ ਕਿਸੇ ਤਰ੍ਹਾਂ ਦਾ ਐਕਸ਼ਨ ਜਿਹੜਾ ਹੈਗਾ ਉਹ ਅਸੀਂ ਬਹੁਤ ਛੇਤੀ। ਇਹ ਬਿੱਲਾ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਉਦਮ ਕੀਤਾ ਹੈ, ਅਸੀਂ ਇਹਨਾਂ ਦੇ ਪਿੱਛੇ ਲੱਗੇ ਹਾਂ। ਅੱਗੇ ਨੂੰ ਅਸੀਂ ਫੇਰ ਕੋਈ ਐਕਸ਼ਨ ਜਿਹੜਾ ਵੀ ਇਹ ਦੇਣਗੇ ਅਸੀਂ ਇਕੱਠੇ ਹੋ ਕੇ ਸਾਰੇ ਉਹਨੂੰ ਸਿਰੇ ਚਾੜਾਂਗੇ। ਧੰਨਵਾਦ। ਸਾਡੀ ਤਾਂ ਵੀਰੇ ਜੀ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ,
ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਸਾਰੇ ਭਰਾਵਾਂ ਦਾ ਧੰਨਵਾਦ ਵੀ ਕਰਦਾ ਜਿਹੜੇ ਇੱਥੇ ਧਰਨੇ ਦੇ ਵਿੱਚ ਆਏ ਆ। ਇਹ ਸਾਡਾ ਮੁੱਦਾ ਇਹ ਸੀਗਾ ਵੀ ਇੱਕ ਬਿਲਡਰ ਜਾਂ ਡੀਲਰ ਤਹਿਸੀਲ ਦੇ ਵਿੱਚ ਐਂਟਰ ਹੁੰਦੀ ਸਾਰ ਉਹ ਆਪਣੀ ਜੇਬ 'ਚੋਂ ਖਰਚ ਕਰਨ ਲੱਗ ਜਾਂਦਾ। ਚਾਹੇ ਕਾਰ ਪਾਰਕਿੰਗ ਦੀ ਗੱਲ ਹੋਵੇ, ਸਕੂਟਰ ਪਾਰਕਿੰਗ ਦੀ ਗੱਲ ਹੋਵੇ, ਪਰਚੀ ਲੱਗਦੀ ਆ, ਫਿਰ ਆ ਜਾਂਦੀ ਐਪਲੀਕੇਸ਼ਨ ਕੋਈ ਵੀ ਦੇਣੀ ਹੈ, ਟਿਕਟ ਲੱਗਦੀ ਹੈ, ਸਰਕਾਰ ਨੂੰ ਰੈਵਨਿਊ ਜਾਂਦਾ ਹੈ। ਤੇ ਫਿਰ ਉਸ ਤੋਂ ਬਾਅਦ ਰਜਿਸਟਰੀ ਦੀ ਗੱਲ ਹੈ, ਰਜਿਸਟਰੀ ਤੇ ਜੋ ਸਟਾਂਪ ਲੱਗਦੇ ਆ ਸਰਕਾਰ ਨੂੰ ਪੈਸੇ ਜਾਂਦੇ ਆ। ਉਹ ਯਾਰ ਇੱਕ ਬੰਦਾ ਕੋਠੀਆਂ ਬਣਾਉਂਦਾ ਹੈ, ਕੋਠੀਆਂ ਬਣਾਉਣ ਦੇ ਨਾਲ ਉੱਥੇ 20 ਬੰਦੇ ਕੰਮ ਕਰਦੇ ਆ, 20 ਦੇ ਨਾਲ 4-4 ਬੰਦੇ ਜੁੜੇ ਹੋਏ ਹੁੰਦੇ ਆ, 100 ਬੰਦਾ 100 ਬੱਚਾ ਬੰਦਾ ਵਿੱਚੇ ਲੇਡੀਜ਼ ਆ ਗਈਆਂ, ਵਿਚਾਰਿਆਂ ਨੂੰ ਰੁਜ਼ਗਾਰ ਮਿਲਦਾ ਉੱਥੇ ਤੇ ਖਾਣਾ ਮਿਲਦਾ ਤੇ ਢਿੱਡ ਪਲਦਾ। ਉਹਦੇ ਦੇ ਨਾਲ ਜਿਹੜੀ ਸਰਕਾਰ ਹੈ ਇਹ ਬਿਲਡਰਾਂ ਵਾਸਤੇ ਇੰਨਾ ਇਹ ਬਿਜ਼ਨਸ ਔਖਾ ਕਰਤਾ। NOC ਦੀ ਗੱਲ ਹੋਵੇ ਤੇ ਜਿਹੜੀ ਪਹਿਲਾਂ ਅਪਾਇੰਟਮੈਂਟ ਲੈਂਦੇ ਸੀਗੇ ਕੋਈ ਪੈਸਾ ਨਹੀਂ ਸੀਗਾ ਲੱਗਦਾ, ਹੁਣ 500 ਰੁਪਏ ਲੱਗਦਾ। ਤੇ ਪਹਿਲਾਂ 500 ਲੈਂਦਾ ਤਾਂ ਅਪਾਇੰਟਮੈਂਟ ਕਰਨੇ ਵਾਲਾ, ਹੁਣ ਸਰਕਾਰ ਨੂੰ ਜਾਂਦਾ 500। ਦੂਸਰੀ ਗੱਲ ਜਿਹੜੀ ਹੁਣ ਕਲੈਕਟਰੇਟਾਂ ਦੀ ਗੱਲ ਹੈ, ਜਿੱਥੇ ਬਾਈ ਜੀ 6000 ਰੇਟ ਤਾਂ ਉੱਥੇ 12000 ਹੋ ਗਿਆ, 14000 ਹੋ ਗਿਆ, ਜਿੱਥੇ 12000 ਤਾਂ ਉੱਥੇ 30000 ਹੋ ਗਿਆ। ਤੀਸਰੀ ਇੱਕ ਹੋਰ ਵਿੱਚ ਫੰਡ ਹੈ, ਇੱਕ ਪਿੰਡਾਂ ਦੀਆਂ ਜਿਹੜੀਆਂ ਰਜਿਸਟਰੀਆਂ ਉਹ 20 ਮਰਲੇ ਤੋਂ ਉੱਤੇ ਜਾਣੀ 21 ਮਰਲੇ ਕਰ ਲਓ, 20 ਪੁਆਇੰਟ ਕੁਛ ਕਰ ਲਓ, ਉਹ ਕਰਦੇ ਆ। ਜਿਸ ਬੰਦੇ ਕੋਲ ਹੋਵੇ 14 ਮਰਲੇ ਉਹ ਕੀ ਕਰੇਗਾ? ਉਹ ਰਜਿਸਟਰੀਆਂ ਵੀ ਖੁੱਲ੍ਹਣੀਆਂ ਚਾਹੀਦੀਆਂ। ਇਹ ਜਿਹੜੀ ਬਿਲਡਰਾਂ ਡੀਲਰਾਂ ਦੀਆਂ ਮੁਸ਼ਕਲਾਂ ਇਹ ਘੱਟ ਹੋਣੀਆਂ ਚਾਹੀਦੀਆਂ। ਜਿਹੜਾ ਪੈਸੇ ਦਾ ਮੂੰਹ ਤਾਂ ਸਾਨੂੰ ਦਿਖਣਾ ਹੀ ਨਹੀਂ, ਦਿਖਦਾ ਹੀ ਨਹੀਂ। ਜਦ ਤੱਕ ਪੈਸੇ ਦਾ ਮੂੰਹ ਨਾ ਜਾਣੋ ਤਾਂ ਧੰਦਾ ਹੋ ਜਾਂਦਾ ਸਾਡਾ ਘੁੰਮ ਕੇ। ਅਪਾਇੰਟਮੈਂਟ ਚਾਹੀਦਾ, ਅਪਾਇੰਟਮੈਂਟ ਉੱਥੇ ਜਾ ਕੇ 10 ਦਿਨ ਖਰਾਬ ਹੋ ਜਾਂਦੇ ਆ। ਕਈ ਵਾਰੀ ਕੀ ਹੁੰਦਾ ਅਪਾਇੰਟਮੈਂਟ ਲੰਘ ਜਾਂਦੀ ਹੈ, NOC ਬਾਅਦ 'ਚ ਮਿਲਦੀ ਆ, ਤਾਂ ਹਰਾਸਮੈਂਟ ਅੰਦਰ ਸਾਨੂੰ ਦਿੱਕਤ ਆਉਂਦੀ ਹੈ ਇਸ ਗੱਲ ਦੀ। ਤੇ ਇਸ ਗੱਲ ਤੇ ਅਸੀਂ ਬਹੁਤ ਦੁਖੀ ਹਾਂ। ਆਪਣੇ ਇੱਥੋਂ ਦੇ ਮੰਤਰੀ ਵੀ ਬਣੇ ਕਿ ਉਹਨਾਂ ਨਾਲ ਕੋਈ ਗੱਲਬਾਤ ਹੋਈ? ਉਹ ਅਨਮੋਲ ਗਗਨ ਮਾਨ ਨਾਲ ਪਹਿਲਾਂ ਇੱਕ ਵਾਰੀ ਮੀਟਿੰਗ ਹੋਈ ਸੀਗੀ। ਐਕਚੁਅਲੀ ਉਹਨਾਂ ਨੇ ਕਿਹਾ ਸੀਗਾ ਮੈਂ ਕੋਸ਼ਿਸ਼ ਕਰਦੀ ਹਾਂ ਵੀ ਮੇਰੀ ਇਕੱਲੀ ਦੇ ਹੱਥ 'ਚ ਹੈ ਹੀ ਨਹੀਂ ਕੁਛ, ਜੋ ਕਰਨਾ ਹਾਈ ਲੈਵਲ ਤੇ ਹੋਣਾ। ਉਹਨਾਂ ਦੀ ਗੱਲ ਸੁਣ ਲਓ। ਇੱਕ ਆਪਾਂ ਸੰਸਦ ਦੇ ਵਿੱਚ ਜਾਂਦੇ ਹਾਂ ਤੇ ਉੱਥੇ MLA ਇਕੱਠੇ ਹੋਏ ਨੇ, ਇਹਨਾਂ ਦੇ 92 MLA ਆ CM ਦੇ ਮੁਤਾਬਕ। ਸਤਿਕਾਰਯੋਗ CM ਸਾਹਿਬ ਖੜੇ ਹੁੰਦੇ ਆ, ਜਿਹੜਾ ਵਿਰੋਧੀ ਧਿਰ ਦਾ ਕੋਈ ਵੀ MLA ਬੋਲਦਾ ਉਹਦਾ ਮਜ਼ਾਕ ਉਡਾ ਦਿੰਦੇ, ਜਦੇ ਮਾਰ ਦਿੰਦੇ ਟੇਬਲ ਪਰ, ਐਂ ਕਰਕੇ ਮਜ਼ਾਕ ਉਡਦਾ। ਹੁਣ ਆਪ ਗਲਤੀਆਂ ਕੋਈ ਮਰਜ਼ੀ ਕਰੀ ਜਾਣ। ਹੁਣ 60 ਲੱਖ ਬੂਟੇ ਲੱਗਣੇ ਆ, ਠੀਕ ਹੈ ਜੀ। ਤੇ ਜਦ ਲੱਗਣਗੇ ਪਰ ਲਾਉਣੇ ਦੇ ਬੋਰਡ, ਫਲੈਕਸ ਬੋਰਡ ਲੱਗਣੇ ਆ, ਇਹ ਖਰਚਾ ਹੀ ਆ। ਜਿਹੜਾ ਐਕਚੁਅਲੀ ਇਹ ਧਰਨਾ ਲੱਗਿਆ ਸੀ, ਇਹ ਇਹਨਾਂ ਦੀ ਮੰਗਾਂ ਸੀਗੀਆਂ ਕਿ ਜੋ ਸਰਕਾਰ ਨੇ ਹੁਣ ਨੋ ਆਬਜੈਕਸ਼ਨ ਸਰਟੀਫਿਕੇਟ ਲਾਜ਼ਮੀ ਕੀਤਾ ਲੋਕਲ ਬਾਡੀ ਡਿਪਾਰਟਮੈਂਟ ਤੋਂ ਐਂਡ ਹਾਊਸਿੰਗ ਡਿਪਾਰਟਮੈਂਟ ਤੋਂ। ਤੇ ਬੇਸਿਕਲੀ ਇਹ ਕਹਿੰਦੇ ਸੀਗੇ ਕਿ ਜਿਹੜਾ ਉਹ ਇਤਰਾਜ਼ਹੀਨਤਾ ਸਰਟੀਫਿਕੇਟ ਆ, ਇੱਕ ਤਾਂ ਉਹਦੀ ਜਿਹੜੀ ਨੈਸੈਸਿਟੀ ਆ ਉਹ ਹਟਾਈ ਜਾਵੇ, ਤੇ ਸੈਕਿੰਡ ਇਹਨਾਂ ਦੇ ਜਿਹੜਾ ਇਹ ਸੀਗਾ ਕਿ ਜਿਹੜੇ ਕਲੈਕਟਰ ਰੇਟ ਵਧੇ ਨੇ ਤਾਂ ਉਹਨਾਂ ਦੇ ਖਿਲਾਫ ਇਹਨਾਂ ਨੇ ਪ੍ਰਦਰਸ਼ਨ ਕੀਤਾ। ਸੋ ਬੇਸਿਕਲੀ ਇਹਨਾਂ ਦੀ ਮੰਗ ਇਹ ਆ ਕਿ ਅੱਗੇ ਜਿਵੇਂ 10% ਜਾਂ 15% ਵਧਦੇ ਨੇ ਤਾਂ ਉਵੇਂ ਹੀ ਵਧਾਏ ਜਾਣ, ਜ਼ਿਆਦਾ ਮਾਤਰਾ 'ਚ ਨਾ ਵਧਾਏ ਜਾਣ। ਇਹ ਕਹਿੰਦੇ ਨੇ ਕਿ ਸਾਡੀਆਂ ਹੁਣ ਜਿਹੜੀਆਂ ਰਜਿਸਟਰੀਜ਼ ਨੇ ਜਾਂ ਪਲਾਟਸ ਨੇ ਉਹ ਜ਼ਿਆਦਾ ਮਹਿੰਗੇ ਹੋ ਗਏ ਨੇ, ਇਸ ਕਰਕੇ ਇਹਨਾਂ ਨੇ ਪ੍ਰਦਰਸ਼ਨ ਕੀਤਾ ਜਿੱਥੇ। ਸਰ ਹੁਣ ਜਿਵੇਂ ਧਰਨਾ ਤੁਸੀਂ ਚੁਕਾਉਣ ਗਏ, ਕੋਈ ਤੁਹਾਨੂੰ ਮੰਗ ਪੱਤਰ ਵਗੈਰਾ ਦਿੱਤਾ ਨਾ? ਹਾਂਜੀ, ਸਾਨੂੰ ਮੰਗ ਪੱਤਰ ਦਿੱਤਾ ਇਹਨਾਂ ਨੇ। ਪਹਿਲਾਂ ਵੀ ਅਸੀਂ ਸਾਡੀ ਜਿਹੜੇ ਮਿਨਿਸਟਰ ਸਾਹਿਬਾਂ ਨੇ ਉਹਨਾਂ ਨਾਲ ਇਹਨਾਂ ਦੀ ਮੁਲਾਕਾਤ ਕਰਵਾਈ ਸੀ ਤੇ ਮਿਨਿਸਟਰ ਸਾਹਿਬਾਂ ਨੇ ਆਸ਼ਵਾਸਨ ਦਿੱਤਾ ਸੀ ਇਹਨਾਂ ਨੂੰ ਕਿ ਜਿਹੜੀ ਵੀ ਤੁਹਾਡੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਤੇ ਜਿੰਨੀ ਵੀ ਇਹਨਾਂ ਦੀ ਸਹੂਲਤ ਹੋ ਸਕੀ ਉਸ ਹਿਸਾਬ ਨਾਲ ਇਹਨਾਂ ਨੂੰ ਅਸੀਂ ਉਹ ਕੇਟਰ ਕਰਾਂਗੇ।